So Rajat, we are doing with the biosynthesis of the gibberellins. Gibberellins the biosynthesis ਦੇ ਰਿਗਾਰਡਿੰਗ ਆਪਾਂ ਗੱਲ ਕਰ ਰਹੇ ਸੀਗੇ ਕਿ 3 ਬੇਸਿਕ ਕਹਿ ਲਓ ਕਿ ਕੰਪਾਰਟਮੈਂਟਸ ਦੇ ਵਿੱਚ ਉਸ ਦੀ ਸਿੰਥਸਿਸ ਜਿਹੜੀ ਹੈ ਟੇਕ ਪਲੇਸ ਹੁੰਦੀ ਹੈ. ਵਨ ਇਜ਼ ਪਲਾਸਟਿਡ, ਵਨ ਇਜ਼ ਐਂਡੋਪਲਾਜ਼ਮਿਕ ਰੈਟੀਕੂਲਮ ਐਂਡ ਦ ਥਰਡ ਵਨ ਇਜ਼ ਦ ਸਾਈਟੋਸੋਲ. ਠੀਕ ਹੈ, ਸੋ ਉਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿਸ ਵੇ ਦੇ ਨਾਲ ਕਿ ਐਸੀਟਾਈਲ ਕੋਐਂਜ਼ਾਈਮ A ਤੋਂ ਬੇਸਿਕਲੀ ਇਟ ਵਿਲ ਲੈਡ ਟੂ ਦ ਫਾਰਮੇਸ਼ਨ ਆਫ ਦ ਮੇਨ ਪ੍ਰੀਕਰਸਰ ਦੈਟ ਇਜ਼ ਨੋਨ ਐਜ਼ ਦ IPP, ਦੈਟ ਇਜ਼ ਆਈਸੋਪੈਂਟਾਈਲ ਪਾਇਰੋਫਾਸਫੇਟ. ਠੀਕ ਹੈ, ਉਸਦੀ ਫਾਰਮੇਸ਼ਨ ਜਿਹੜੀ ਆ ਉਹ ਜ਼ਰੂਰੀ ਹੈ ਬਿਕੋਜ਼ ਇਟ ਫਰਦਰ ਅਲਾਉ ਦ ਫਾਰਮੇਸ਼ਨ ਆਫ ਦੀ ਜਿਬਰੈਲਿਕ ਐਸਿਡ ਵਿਚ ਇਜ਼ ਇਨ ਮੋਰ ਐਕਟਿਵ ਫਾਰਮ, that is the gibberellic acid 3 as well as the gibberellic acid 1, which further led to the formation of the different types of gibberellic acid by means of this gibberellic acid 12 as well as the 53. ਸੋ ਆਪਾਂ ਇਹ ਚੀਜ਼ਾਂ ਕੀਤੀਆਂ ਸੀਗੀਆਂ. ਇਸ ਦੇ ਵਿੱਚ ਉਹਨਾਂ ਨੇ ਹੋਰ ਸਟੱਡੀ ਕੀਤੀ ਡੇਵਿਸ ਨੇ. ਉਹਨੇ ਕੀ ਕੀਤਾ ਕਿ ਡਿਫਰੈਂਟ ਮਿਊਟੈਂਟਸ ਲੈ ਲਏ. ਮਿਊਟੈਂਟਸ ਇਨ ਦਾ ਸੈਂਸ ਕਿ ਲਾਈਕ ਜੋ ਆਪਣੇ ਕੋਲ ਬਾਇਓਸਿੰਥੈਟਿਕ ਪਾਥਵੇ ਸੀ ਉਸ ਦੇ ਵਿੱਚ ਜੋ ਇੰਜ਼ਾਈਮਸ ਰਿਕੁਆਇਰਡ ਸੀਗੇ, ਅਗਰ ਉਹਨਾਂ ਦੇ ਵਿੱਚੋਂ ਇੱਕ ਅੱਧਾ ਇੰਜ਼ਾਈਮ ਮਿਸਪਲੇਸ ਸੀ ਜਾਂ ਕਹਿ ਲਓ ਕਿ ਰਿਮੂਵਡ ਸੀਗਾ, ਠੀਕ ਹੈ, ਦੈਟ ਵਿਲ ਲੈਡ ਟੂ ਦ ਫਾਰਮੇਸ਼ਨ ਆਫ ਅ ਮਿਊਟੈਂਟ ਪਲਾਂਟ. ਠੀਕ ਹੈ, ਹੁਣ ਲਾਈਕ ਆਪਣੇ ਕੋਲ ਇੱਥੇ ਆ ਫਸਟ ਸਟੈਪ ਹੈ ਜਿੱਥੇ LS ਲਿਖਿਆ ਹੋਇਆ. ਠੀਕ ਹੈ, LS ਇਜ਼ ਬੇਸਿਕਲੀ ਮਿਊਟੈਂਟ ਟਾਈਪ. ਠੀਕ ਹੈ, LS ਦੇ ਵਿੱਚ ਕੀ ਹੈ ਕਿ ਜਿਰਨਲ ਡਾਈਫਾਸਫੇਟ ਤੋਂ ਨਾਰਮਲ ਕੀ ਹੈ ਬਾਇਓਸਿੰਥੇਸਿਸ ਹੋਣੀ ਚਾਹੀਦੀ ਹੈ ਕਾਪਰ ਡਾਈਫਾਸਫੇਟ ਦੀ. ਠੀਕ ਹੈ, ਬਟ due to the presence of this type of mutant it will doesn't allow the further formation of copper diphosphate as well as the anthocyanin and further the main biosynthetic pathway of the gibberellic acid. Similarly, like here Na as well as Na genotype, whether in a homodimeric form or whether simple form ਦੇ ਵਿੱਚ ਜਾਂ Na form ਦੇ ਵਿੱਚ singular form ਦੇ ਵਿੱਚ ਅਗਰ available ਹੈ, that mutant will also doesn't allow the formation of the gibberellic acid 12 in aldehydic form. ਠੀਕ ਹੈ, and ਅਗਰ ਇਹਨਾਂ ਦੋਨਾਂ ਦੀ ਕਹਿ ਲਓ ਕਿ ਆਹ ਦੋ ਮਿਊਟੈਂਟ ਜਿਹੜੇ ਆ ਉਹ ਨਹੀਂ ਹੈਗੇ, then ਇੱਕ ਹੋਰ ਥਰਡ ਟਾਈਪ ਆਫ ਮਿਊਟੈਂਟ ਅਵੇਲੇਬਲ ਹੈ and that is known as Ali. Ali ने की करना है, it will doesn't lead to the formation of gibberellic acid 1 from the gibberellic acid 20. ठीक है, as well as there is also a mutant that is known as the SLN. SLN ਦੇ ਵਿੱਚ ਕੀ ਹੈ ਕਿ here it will doesn't lead to the working of the gibberellic acid 2 oxidase enzyme which allow the formation of the gibberellic acid 8 as well as the gibberellic acid 29 by means of gibberellic acid 1 as well as the gibberellic acid 20. because ਇਹਨਾਂ ਦੇ mutant ਦੇ ਵਿੱਚ ਕੀ ਹੈ ਕੋਈ particular amino acid ਜਿਹੜਾ ਵਾ ਉਸਦੀ ਰਿਪਲੇਸਮੈਂਟ ਹੋਈ ਹੁੰਦੀ ਹੈ. ਜੇ ਨਾਰਮਲ ਇੱਕ ਸੀਕੁਐਂਸ ਅਵੇਲੇਬਲ ਹੋਣਾ ਚਾਹੀਦਾ, ਲਾਈਕ ਹੇਅਰ ਵੀ ਆਰ ਹੈਵਿੰਗ ਅ NALELE ਜੀਨੋਟਾਈਪ ਆਪਣੇ ਕੋਲ ਅਗਰ ਅਵੇਲੇਬਲ ਹੈਗਾ, ਲਾਈਕ ਹੇਅਰ ਵੀ ਆਰ ਟਾਕਿੰਗ ਅਬਾਊਟ ਦਿਸ. ਠੀਕ ਹੈ, ਦੈਨ ਉਸ ਦੇ ਵਿੱਚ ਕੀ ਹੈ ਕਿ ਐਲੈਨਿਨ ਦੀ ਜਗ੍ਹਾ ਉੱਤੇ ਥ੍ਰੀਓਨੀਨ ਪ੍ਰੈਜ਼ੈਂਟ ਹੈ. ਸੋ ਉਹ ਕੀ ਕਰਦਾ, ਇਟ ਵਿਲ ਅਲਾਉ ਦੀ ਡਵਾਰਫਿਜ਼ਮ ਇਸ ਲਈ ਬਿਕੋਜ਼ ਇੱਥੇ ਆਹ ਚੀਜ਼ ਜਿਹੜੀ ਆ ਫਾਰਮ ਹੀ ਨਹੀਂ ਹੋਏਗੀ. ਦੈਟ ਮੀਨਸ ਜਿਬਰੈਲਿਕ ਐਸਿਡ 1, ਜਿਬਰੈਲਿਕ ਐਸਿਡ 8 ਐਸ ਵੈਲ ਐਸ 29 ਇਟ ਵਿਲ ਡਜ਼ਨਟ ਲੈਡ ਟੂ ਦੇਅਰ ਫਾਰਮੇਸ਼ਨ. ਠੀਕ ਹੈ, ਬਟ ਅਗਰ ਨਾਰਮਲ ਆਪਣੇ ਕੋਲ ਪਲਾਂਟ ਅਵੇਲੇਬਲ ਹੈਗੇ ਆ ਤਾਂ ਇਹ ਪੈਥਵੇ ਜਿਹੜਾ ਐਜ਼ ਇਟ ਇਜ਼ ਅਕਰ ਕਰੇਗਾ, like in that sense. So this is the general mutant types which are available of pea plant. ਠੀਕ ਹੈ ਨਾ, ਸੋ pea plants ਦੇ ਰਿਗਾਰਡਿੰਗ ਆਪਾਂ ਗੱਲ ਕੀਤੀ ਹੈ. ਵੈਸੇ ਤਾਂ ਇਹਦੇ ਖਾਸ ਵੈਸੇ ਯਾਦ ਰੱਖਣ ਦੀ ਲੋੜ ਨਹੀਂ ਹੈਗੀ. ਮੇਨ ਤੁਹਾਡਾ ਬਾਇਓਸਿੰਥੈਟਿਕ ਪਾਥਵੇ ਅਗਰ ਤੁਹਾਨੂੰ ਉਹ ਯਾਦ ਹੋ ਜਾਂਦਾ, ਆਈ ਹੋਪ ਇਹ ਯਾਦ ਕਰਨਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈਗਾ. ਠੀਕ ਹੈ, ਨੈਕਸਟ ਹੈ ਕਿ ਆਪਾਂ ਜਿਵੇਂ ਹੁਣ ਗੱਲ ਕਰ ਲਈਏ ਕਿ ਜਿਬਰਲਿਨਸ ਜਿਹੜੇ ਆ ਉਸਦਾ ਬਾਇਓਸਿੰਥੇਸਿਸ ਕਿਵੇਂ ਹੁੰਦਾ ਵਾ. ਐਂਡ ਜਿਬਰਲਿਨ ਆਪਣੇ ਆਪ 'ਚ ਹੀ ਆਪਣਾ ਮੈਟਾਬੋਲਿਜ਼ਮ ਨੂੰ ਰੈਗੂਲੇਟ ਕਰਨ ਦੀ ਕੈਪੇਬਿਲਿਟੀ ਰੱਖਦੇ ਨੇਗੇ ਕਿ ਜਿਹੜੀ ਉਹਨਾਂ ਦੀ ਇੰਟਰਨਲ ਕੰਸਨਟ੍ਰੇਸ਼ਨ ਹੈ ਦੈਟ ਵਿਲ ਹੈਲਪ ਇਨ ਰੈਗੂਲੇਟਿੰਗ ਦੇਅਰ ਓਨ ਮੈਟਾਬੋਲਿਜ਼ਮ ਐਜ਼ ਵੈਲ ਐਜ਼ ਦੇਅਰ ਓਨ ਬਾਇਓਸਿੰਥੇਸਿਸ ਆਲਸੋ. ਠੀਕ ਹੈ, ਸੋ ਐਂਡੋਜੀਨਸ ਜਿਹੜੇ ਜਿਬਰਲਿਨ ਨੇਗੇ ਦੈਟ ਵਿਲ ਰੈਗੂਲੇਟ ਇਟਸ ਓਨ ਮੈਟਾਬੋਲਿਜ਼ਮ ਬਾਈ either switching or inhibiting the transcription of the genes that will encode the enzymes of gibberellin biosynthesis and degradation. ਹੁਣੇ ਤੁਹਾਨੂੰ ਗੱਲ ਕਹੀ ਹੈ ਕਿ ਜੋ ਇੰਟਰਨਲ ਕੰਸਨਟ੍ਰੇਸ਼ਨ ਹੈ ਜਿਬਰਲਿਨਸ ਦੀ, ਮੇਨਲੀ ਜਿਹੜਾ ਮੇਨ ਇਹਦੀ ਐਕਟਿਵ ਫਾਰਮ ਹੈ ਦੈਟ ਇਜ਼ ਅ ਜਿਬਰੈਲਿਕ ਐਸਿਡ 3.
ठीक है। जिब्रेलिक एसिड 3 ਦੀ ਕਨਸਨਟ੍ਰੇਸ਼ਨ ਐਸ ਵੈਲ ਐਸ ਜਿਬਰੈਲਿਕ ਐਸਿਡ 1 ਇਹ ਦੋਨਾਂ ਦੀ ਕਨਸਨਟ੍ਰੇਸ਼ਨ ਜਿਹੜੀ ਹੈ ਇੰਟਰਨਲ ਬਾਇਓਸਿੰਥੇਸਿਸ ਔਰ ਇਹਦੇ ਮੈਟਾਬੋਲਿਕ ਪ੍ਰੋਸੈਸ ਨੂੰ ਬਹੁਤ ਜ਼ਿਆਦਾ ਰੈਗੂਲੇਟ ਕਰਦਾ, ਜਾਂ ਤਾਂ ਉਹਦੇ ਵਿੱਚ ਕੋਈ ਨਾ ਕੋਈ ਆਲਟਰੇਸ਼ਨ ਆ ਜਾਏਗੀ ਜਾਂ ਉਸਦੀ ਨੋਰਮਲ ਰੈਗੂਲੇਸ਼ਨ ਜਿਹੜੀ ਆ ਉਹ ਟੇਕ ਪਲੇਸ ਹੋ ਸਕਦੀ ਹੈ ਅਕੋਰਡਿੰਗ ਟੂ ਦੇਅਰ ਕਨਸਨਟ੍ਰੇਸ਼ਨ। ਲਾਈਕ ਆਪਣੇ ਕੋਲ ਐਗਜ਼ਾਮਪਲ ਹੈਗੇ ਆ। ਸੋ ਲਾਈਕ ਵੀ ਆਰ ਹੈਵਿੰਗ ਅ ਐਪਲੀਕੇਸ਼ਨ ਆਫ ਜਿਬਰੇਲਿਨ that cause a down regulation of biosynthesis genes, that is gibberellin 20 oxidase as well as the 3 oxidase। and ਜੇ ਇਹਨਾਂ ਦੇ ਵਿੱਚ ਕਹਿ ਲਓ ਕਿ ਕੋਈ ਨਾ ਕੋਈ ਡਾਊਨ ਰੈਗੂਲੇਸ਼ਨ ਆਉਂਦੀ ਹੈ, ਹੁਣ ਇਹ ਦੋਨੋਂ ਦੇ ਵਿੱਚ ਅਗਰ ਡਾਊਨ ਰੈਗੂਲੇਸ਼ਨ ਆ ਰਹੀ ਹੈ that will lead to an elevation in the transcription of the degradative gene, that is the gibberellic acid 2 oxidase। ਕਿਉਂਕਿ ਜਿਬਰੈਲਿਕ ਐਸਿਡ 2 ਆਕਸੀਡੇਜ਼ ਆਪਾਂ ਗੱਲ ਕੀਤੀ ਹੈ ਕਿ ਇਟ ਇਜ਼ ਮੇਨਲੀ ਦਾ ਲਾਸਟ ਇੰਜ਼ਾਈਮ ਵਿਚ ਵਿਲ ਲੈਡ ਟੂ ਦਾ ਐਡੀਸ਼ਨ ਆਫ ਦਾ ਹਾਈਡਰੋਕਸਿਲ ਗਰੁੱਪ ਐਟ ਦਾ ਕਾਰਬਨ ਨੰਬਰ ਸੈਕਿੰਡ। ਠੀਕ ਹੈ, ਸੋ ਕਾਰਬਨ ਨੰਬਰ ਸੈਕਿੰਡ 'ਤੇ ਇਹਦੀ ਅਟੈਚਮੈਂਟ ਕਰਨ ਦੇ ਵਿੱਚ ਹੈਲਪ ਕਰਦਾ। ਸੋ ਇਹਦੀ ਫੰਕਸ਼ਨਿੰਗ ਇਹਨਾਂ ਦੋਨਾਂ ਦੇ ਕੰਪੈਰੇਟਿਵਲੀ ਆਪੋਜ਼ਿਟ ਹੈ। ਅਗਰ ਇਹ ਦੋਨੋਂ ਰੈਗੂਲੇਟ ਹੋ ਰਹੇ ਨੇਗੇ ਦੈਨ ਇਹ ਇੰਨਾ ਰੈਗੂਲੇਟ ਨਹੀਂ ਹੋ ਪਾਏਗਾ। ਨੋਰਮਲ ਕੰਸਨਟ੍ਰੇਸ਼ਨ ਦੇ ਵਿੱਚ ਤਿੰਨੋਂ ਰੈਗੂਲੇਟ ਹੋ ਜਾਣਗੇ, ਬਟ ਜੇ ਇਹਨਾਂ ਦੋਨਾਂ ਦੀ ਕੰਸਨਟ੍ਰੇਸ਼ਨ ਹਾਇਰ ਹੈ ਦੈਨ ਇਹਦੀ ਕੰਸਨਟ੍ਰੇਸ਼ਨ ਲੋਅਰ ਕਰੇਗੀ। ਠੀਕ ਹੈ, ਬਟ ਅਗਰ ਇਹਨਾਂ ਦੀ ਕੰਸਨਟ੍ਰੇਸ਼ਨ ਡਾਊਨਵਰਡ ਹੋ ਰਹੀ ਹੈ ਸੋ ਇਹਦੀ ਕੰਸਨਟ੍ਰੇਸ਼ਨ ਜਿਹੜੀ ਆ ਉਹ ਜ਼ਿਆਦਾ ਐਲੀਵੇਟ ਹੋਏਗੀ। ਠੀਕ ਹੈ, ਸੋ ਇਫ ਅ ਮਿਊਟੇਸ਼ਨ ਵਿਲ ਟੇਕ ਪਲੇਸ ਇਨ ਦ ਜਿਬਰੈਲਿਕ ਐਸਿਡ 2 ਆਕਸੀਡੇਜ਼ ਜੀਨ which will prevent the gibberellic acid 1 from being degraded, because ਇਹ gibberellic acid 2 oxidase enzyme ਦਾ ਕੰਮ ਕੀ ਹੈ, it will allow the degradation। ਠੀਕ ਹੈ ਨਾ, ਬਟ ਅਗਰ ਉਸਦੇ ਵਿੱਚ ਹੀ ਕਹਿ ਲਓ ਕਿ ਮਿਊਟੇਸ਼ਨ ਟੇਕ ਪਲੇਸ ਹੋ ਜਾਏਗੀ ਸੋ it will prevent the degradation of the gibberellic acid 1। ਠੀਕ ਹੈ, ਐਂਡ ਜੇ ਅਗਰ ਆਪਾਂ ਸੇਮ ਕੰਸਨਟ੍ਰੇਸ਼ਨ ਜਿਬਰੈਲਿਕ ਐਸਿਡ 1 ਦੀ ਆਊਟਸਾਈਡ ਦੇ ਉੱਤੋਂ ਅਵੇਲੇਬਲ ਕਰਾਉਂਦੇ ਹਾਂ, ਅਪਲਾਈ ਕਰਦੇ ਹਾਂ, ਦੈਨ ਇਟ ਲੈਡ ਟੂ ਦੇਅਰ ਨੋਰਮਲ ਰੈਗੂਲੇਸ਼ਨ। ਠੀਕ ਹੈ ਨਾ, ਸੋ ਦੈਟ ਵਿਲ ਲੈਡ ਟੂ ਦ ਸੇਮ ਇਫੈਕਟ ਔਨ ਦੇਅਰ ਬਾਇਓਸਿੰਥੈਟਿਕ ਜੀਨ ਟ੍ਰਾਂਸਕ੍ਰਿਪਸ਼ਨ ਆਲਸੋ। ਠੀਕ ਹੈ, so next is how they get regulated according to the environmental conditions also। The first is the light condition। जो light conditions नहीं है, light conditions ਦੇ ਵਿੱਚ ਕਹਿ ਲਓ ਕਿ ਜੋ ट्रांसक्रिप्शन है लाइट कंडीशन या एनवायरमेंटल कंडीशन है दैट विल ऑल्टर द ट्रांसक्रिप्शन ऑफ द जिब्रेलिक एसिड बायोसिंथेसिस। ठीक है ना, या जिब्रेलिन्स बायोसिंथेसिस ਦੇ ਵਿੱਚ ਆਲਟਰੇਸ਼ਨ ਕਰਦੀ ਹੈ। ਲਾਈਕ ਜਿਵੇਂ ਆਪਣੇ ਕੋਲ ਹੈ ਹੁਣ ਇੱਥੇ ਪੀ ਸੀਡਲਿੰਗਸ ਆਪਾਂ ਲਿੱਤੀਆਂ ਨੇਗੀਆਂ, like we have taken the dark grown pea seedlings that will be transferred towards the light। ਠੀਕ ਹੈ, ਲਾਈਟ ਵੱਲ ਨੂੰ ਆਪਾਂ ਟਰਾਂਸਫਰ ਕੀਤਾ। ਜੇ ਅਗਰ ਤੁਸੀਂ ਗ੍ਰਾਫ ਦੇ ਵਿੱਚ ਦੇਖੋਗੇ ਆ ਡਾਰਕ ਦੇ ਵਿੱਚ ਤਾਂ ਗਰੋਥ ਜਿਹੜੀ ਹੈ ਦਿਸ ਇਜ਼ ਦ ਜਿਬਰੈਲਿਕ ਐਸਿਡ ਕੰਸਨਟ੍ਰੇਸ਼ਨ ਐਂਡ ਹੇਅਰ ਇਟ ਇਜ਼ ਰਿਪਰੈਜ਼ੈਂਟਿੰਗ ਦੇਅਰ ਗਰੋਥ। ਆ ਜਿਹੜੀ ਇਹਦੇ ਵਿੱਚ ਬਾਰ ਗ੍ਰਾਫ ਦੇ ਵਿੱਚ ਇਨਕਰੀਜ਼ਮੈਂਟ ਆ ਰਹੀ ਹੈ ਦੈਟ ਵਿਲ ਰਿਪਰੈਜ਼ੈਂਟਿੰਗ ਦੇਅਰ ਗਰੋਥ। ਠੀਕ ਹੈ, ਅਕੋਰਡਿੰਗ ਟੂ ਦ ਕੰਸਨਟ੍ਰੇਸ਼ਨ ਆਫ ਦ ਜਿਬਰੈਲਿਕ ਐਸਿਡ ਦੈਟ ਇਜ਼ ਅਕੋਰਡਿੰਗ ਟੂ ਦ ਡੇ ਟਾਈਮ ਕੰਡੀਸ਼ਨ ਐਸ ਵੈਲ ਐਸ ਦ ਨਾਈਟ ਟਾਈਮ ਕੰਡੀਸ਼ਨ। ਸੋ ਉਸ ਦੇ ਅਕੋਰਡਿੰਗਲੀ ਦੱਸਿਆ ਗਿਆ ਵਾ। ਸੋ ਲਾਈਕ ਜਿਵੇਂ ਜਿਵੇਂ ਤਾਂ ਡਾਰਕ ਕੰਡੀਸ਼ਨ ਸੀਗੀਆਂ ਉੱਦਾਂ ਤਾਂ ਕਹਿ ਲਓ ਕਿ ਜਿਬਰੈਲਿਕ ਐਸਿਡ ਦੀ ਕੰਸਨਟ੍ਰੇਸ਼ਨ ਵੀ ਜਿਹੜੀ ਹੈ ਇਨਕਰੀਜ਼ ਕਰ ਰਹੀ ਹੈ। ਠੀਕ ਹੈ, ਐਂਡ ਦੈਟ ਜਿਬਰੈਲਿਕ ਐਸਿਡ ਕੰਸਨਟ੍ਰੇਸ਼ਨ ਵਿਲ ਆਲਸੋ ਅਲਾਓ ਦੀ ਇਲੋਂਗੇਸ਼ਨ ਔਰ ਦੀ ਡਿਵੈਲਪਮੈਂਟ ਆਫ ਦੀ ਸੀਡਲਿੰਗ। ਠੀਕ ਹੈ, ਬਟ ਜਿੱਦਾਂ ਹੀ ਉਹਨੂੰ ਆਪਾਂ ਲਾਈਟ ਦੇ ਵਿੱਚ ਟਰਾਂਸਫਰ ਕਰਦੇ ਹਾਂ, ਲਾਈਕ 4 ਘੰਟੇ ਦੀ ਜਿਹੜੀ ਲਾਈਟ ਸੀਗੀ ਉਸ ਦੇ ਵਿੱਚ ਟਰਾਂਸਫਰ ਕੀਤਾ, ਜਾਂ ਫਰਦਰ ਡਾਰਕ ਤੋਂ ਕਹਿ ਲਓ ਕਿ ਡਾਇਰੈਕਟਲੀ 24 ਆਵਰਸ ਲਾਈਟ ਦੇ ਵਿੱਚ ਆਪਾਂ ਨੇ ਟਰਾਂਸਫਰ ਕੀਤਾ। ਸੋ ਦੈਟ ਵਿਲ ਲੈਡ ਟੂ ਅ ਰੈਪਿਡ ਡਿਕਲਾਈਨ ਇਨ ਦ ਜਿਬਰੈਲਿਕ ਐਸਿਡ 1 ਡਿਊ ਟੂ ਦੇਅਰ ਡੀਗ੍ਰੇਡੇਸ਼ਨ, ਬਿਕੋਜ਼ ਉਹਨੂੰ ਹਜੇ ਥੋੜ੍ਹਾ ਬਹੁਤ ਜਿਹੜਾ ਟਾਈਮ ਲੱਗੇਗਾ। ਇੱਕਦਮ ਜਿਹੜੀ ਆ ਲਾਈਟ ਦੇ ਵਿੱਚ ਕਹਿ ਲਓ ਕਿ ਸੀਡਲਿੰਗ ਜਿਹੜੀਆਂ ਈਜ਼ੀਲੀ ਗਰੋ ਨਹੀਂ ਕਰ ਸਕਦੀਆਂ ਹੈਗੀਆਂ। ਠੀਕ ਹੈ, ਬਟ ਜੇ ਅਗਰ ਆਪਾਂ ਨੋਰਮਲ ਹੁਣ ਦੇਖਦੇ ਹਾਂ ਜਿਵੇਂ ਜੌਂ ਵਗੈਰਾ ਨੇ, ਜੌਂ ਤੁਸੀਂ ਹੈ ਨਾ ਆਪਾਂ ਹੁਣ ਤਾਂ ਰੀਸੈਂਟਲੀ ਇਹ ਐਗਜ਼ਾਮਪਲ ਤਾਂ ਤੁਹਾਨੂੰ ਜ਼ਿਆਦਾ ਈਜ਼ੀਲੀ ਸਮਝ ਆਉਣੀ ਚਾਹੀਦੀ ਹੈ ਕਿ ਉਹਦੇ ਵਿੱਚ ਕੀ ਹੈ ਕਿ ਆਪਾਂ ਉਹਨੂੰ ਡਾਰਕ ਕੰਡੀਸ਼ਨਸ ਅਪਲਾਈ ਕਰਦੇ ਹਾਂ ਜਿਹੜੇ ਸਟਾਰਟਿੰਗ ਡੇਜ਼ ਹੁੰਦੇ ਆ, ਬਟ ਆਫਟਰ ਦੈਟ ਜਦੋਂ ਥੋੜ੍ਹੀ ਬਹੁਤ ਕਹਿ ਲਓ ਕਿ ਸੀਡਲਿੰਗਸ ਗਰੋ ਕਰਨੀਆਂ ਸ਼ੁਰੂ ਕਰ ਦਿੰਦੀਆਂ ਵੀ ਹੈਵ ਟੂ ਬੀ ਟਰਾਂਸਮਿਟਡ ਟੂਵਰਡਸ ਦੀ ਲਾਈਟ। ਉਹਨੂੰ ਥੋੜ੍ਹਾ ਬਹੁਤ ਟਾਈਮ ਲੱਗਦਾ ਵਾ ਆਪਣੀ ਨੋਰਮਲ ਹਾਈਟ ਗੇਨ ਕਰਨ ਲਈ। ਠੀਕ ਹੈ ਨਾ, ਸੋ ਸੇਮ ਇਸ ਦੇ ਵਿੱਚ ਵੀ ਜਿਹੜੀ ਜਿਬਰੈਲਿਕ ਐਸਿਡ ਦੀ ਜਿਹੜੀ ਕੰਸਨਟ੍ਰੇਸ਼ਨ ਹੈ ਇੱਕਦਮ ਫਾਲ ਆਫ ਕਰ ਜਾਏਗੀ ਵੈਨ ਦੇ ਹੈਜ਼ ਟੂ ਬੀ ਟਰਾਂਸਮਿਟਡ ਟੂਵਰਡਸ ਦੀ ਲਾਈਟ। ਬਟ
ਜਦੋਂ ਆਪਾਂ ਹੌਲੀ ਹੌਲੀ ਇਹ ਟਾਈਮ ਪੀਰੀਅਡ ਨੂੰ ਆਪਾਂ ਇਨਕਰੀਜ਼ ਔਨ ਕਰਦੇ ਹਾਂ, ਕੰਟੀਨਿਊਏਸ਼ਨ ਕਰ ਦਿੰਦੇ ਹਾਂ ਲਾਈਟ ਦੀ, ਠੀਕ ਹੈ ਨਾ, ਦੈਟ ਵਿਲ ਫਰਦਰ ਲੈਡ ਟੂ ਦ ਇਨਕਰੀਜ਼ਮੈਂਟ ਆਫ ਦ ਜਿਬਰੈਲਿਕ ਐਸਿਡ ਕੰਸਨਟ੍ਰੇਸ਼ਨ, ਠੀਕ ਹੈ। ਬਾਅਦ 'ਚੋਂ ਬਟ ਫਰਦਰ ਦੁਬਾਰਾ ਤੋਂ ਇਹਦੇ ਵਿੱਚ ਕਹਿ ਲਓ ਕਿ ਇਨਕਰੀਜ਼ਮੈਂਟ ਹੋ ਜਾਏਗੀ, ਵਿਚ ਇਜ਼ ਜਸਟ ਸਿਮਿਲਰ ਟੂ ਦੈਟ ਆਫ ਦ ਲਾਈਟ ਗਰੋਨ ਪਲਾਂਟਸ, ਠੀਕ ਹੈ ਨਾ। ਸੋ ਆਫਟਰ ਦੀ 4 ਆਰ ਕੰਡੀਸ਼ਨ ਜਾਂ 24 ਆਰ ਕੰਡੀਸ਼ਨ ਤੋਂ ਬਾਅਦ ਜੇ ਆਪਾਂ ਨੋਰਮਲ ਉਹਨੂੰ ਕੰਟੀਨਿਊਏਸ਼ਨ ਦੇ ਵਿੱਚ ਡਾਰਕ ਔਰ ਲਾਈਟ ਫੇਜ਼ ਜਿਹੜਾ ਵਾ ਆਪਾਂ ਦੇ ਰਹੇ ਹਾਂ, ਠੀਕ ਹੈ। ਸੋ ਲਾਈਕ ਹੇਅਰ ਆਲਸੋ ਇਹਦੇ ਵਿੱਚ ਜਸਟ ਰੇਟ ਆਫ ਇਲੋਂਗੇਸ਼ਨ ਦੀ ਆਪਾਂ ਗੱਲ ਕੀਤੀ ਹੈ। ਸੋ ਇਹਦੇ ਵਿੱਚ ਕੀ ਸ਼ੋ ਹੋ ਰਿਹਾ ਕਿ ਜਿਹੜੇ ਜਿਬਰਲਿਨ ਨੇਗੇ ਦੈਟ ਸ਼ੋਜ਼ ਦੇਅਰ ਸੈਂਸਿਟਿਵਿਟੀ ਆਫ ਪੀ ਸੀਡਲਿੰਗ ਫॉल ਰੈਪਿਡਲੀ ਅਪॉन ਟਰਾਂਸਫਰਿੰਗ ਫਰੋਮ ਦ ਡਾਰਕ ਟੂਵਰਡਸ ਦੀ ਲਾਈਟ, ਸੇਮ ਉਹੀ ਚੀਜ਼ ਹੋ ਗਈ। ਸੋ ਜਿਹੜੇ ਇਲੋਂਗੇਸ਼ਨ ਰੇਟ ਸੀਗਾ of the plant in the light is lower than that in the dark, and even than that of the total ਜਿਹੜੀ ਜਿਬਰੈਲਿਕ ਐਸਿਡ ਵਨ ਫਾਰਮ ਹੈ ਕੰਟੈਂਟ, ਚਾਹੇ ਉਹਦੇ ਵਿੱਚ ਹਾਇਰ ਹੋਵੇ ਜਾਂ ਉਹਦੀ ਕੰਸਨਟ੍ਰੇਸ਼ਨ ਹਾਇਰ ਹੋਵੇ, ਫਿਰ ਵੀ ਜਦੋਂ ਆਪਾਂ ਇੱਥੇ ਗੱਲ ਕਰ ਲਈ ਕਿ ਆਹ ਚੀਜ਼ ਤਾਂ ਇਨਕਰੀਜ਼ ਹੋ ਗਈ, ਬਟ ਆਫਟਰ ਦ ਸ਼ਿਫਟਿੰਗ ਟੂਵਰਡਸ ਦੀ ਲਾਈਟ ਇਟ ਲੈਡ ਟੂ ਦੇਅਰ ਡਿਕਰੀਜ਼ਮੈਂਟ, ਚਾਹੇ ਆਪਣੇ ਕੋਲ ਜਿਬਰੈਲਿਕ ਐਸਿਡ 1 ਦੀ ਜਿਹੜੀ ਕੰਸਨਟ੍ਰੇਸ਼ਨ ਹੈ ਚਾਹੇ ਉਹ ਹਾਇਰ 1 ਕਾ ਤੋਂ ਹੀ ਨਾ ਹੋਵੇ, ਠੀਕ ਹੈ ਨਾ। ਸੋ ਉਸ ਦੇ ਵਿੱਚ ਵੀ ਇਹਨਾਂ ਦੇ ਜਿਹੜਾ ਕਹਿ ਲਓ ਕਿ ਲੋਅਰਿੰਗ ਹੋਏਗੀ ਰੇਟ ਆਫ ਇਲੋਂਗੇਸ਼ਨ ਦੀ। ਬਟ ਹਾਂ, ਜਿੱਦਾਂ ਜਿੱਦਾਂ ਟਾਈਮ ਪੀਰੀਅਡ ਐਕਸਟੈਂਡ ਔਨ ਹੁੰਦਾ ਜਾਏਗਾ ਉੱਦਾਂ ਕਹਿ ਲਓ ਕਿ ਆਪਣੇ ਕੋਲ ਜਿਬਰੈਲਿਕ ਐਸਿਡ ਦੀ ਕੰਸਨਟ੍ਰੇਸ਼ਨ ਇੰਟਰਨਲੀ ਐਂਡੋਜੀਨਸ ਦੀ ਉਹ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ, ਐਂਡ ਦੈਟ ਵਿਲ ਲੈਡ ਟੂ ਦੇਅਰ ਇਲੋਂਗੇਸ਼ਨ, ਠੀਕ ਹੈ। Then next ਆਪਣੇ ਕੋਲ ਆਉਂਦਾ photoperiodism. Photoperiodism also regulating the regulation of gibberellic acid 1 biosynthesis. Like ਜਿਹੜੇ plants ਨੇਗੇ that require the long days to flower are shifted from short days to long days. Gibberellic metabolism that can also be altered. ਠੀਕ ਹੈ। ਸੋ ਉਹਨਾਂ ਦੇ ਵਿੱਚ ਵੀ ਆਲਟਰੇਸ਼ਨ ਟੇਕ ਪਲੇਸ ਹੋ ਜਾਂਦੀ ਹੈ ਕਿ ਜਿਹੜੇ ਲੌਂਗ ਡੇ ਪਲਾਂਟਸ ਨੇਗੇ, ਜੇ ਅਗਰ ਉਹ ਫਲਾਵਰਿੰਗ ਕਰਦੇ ਨੇ ਲੌਂਗ ਡੇ ਕੰਡੀਸ਼ਨ ਦੇ ਵਿੱਚ, ਬਟ ਜਦੋਂ ਆਪਾਂ ਸ਼ਿਫਟ ਕਰ ਦਿੰਦੇ ਹਾਂ ਫਰੋਮ ਸ਼ਾਰਟ ਡੇ ਟੂਵਰਡਸ ਦੀ ਲੌਂਗ ਡੇਜ਼, ਤਾਂ ਜਿਬਰੈਲਿਕ ਐਸਿਡ ਦੀ ਵੀ ਕੰਸਨਟ੍ਰੇਸ਼ਨ ਜਿਹੜੀ ਆ ਉਹ ਵੇਰੀ ਕਰ ਜਾਂਦੀ ਹੈ ਜਾਂ ਉਸ ਦੇ ਵਿੱਚ ਵੀ ਆਲਟਰੇਸ਼ਨ ਹੋ ਜਾਂਦੀ ਹੈ, ਠੀਕ ਹੈ ਨਾ। ਲਾਈਕ ਹੇਅਰ ਵੀ ਆਰ ਹੈਵਿੰਗ ਐਨ ਐਗਜ਼ਾਮਪਲ ਆਫ ਦਾ ਸਪਾਈਨਚ ਲੀਵਸ। ਸਪਾਈਨਚ ਲੀਵਸ ਦੀ ਆਪਾਂ ਨੇ ਐਗਜ਼ਾਮਪਲ ਲਿੱਤੀ ਹੈ ਇਸ ਦੇ ਵਿੱਚ। ਸੋ ਉਸ ਦੇ ਵਿੱਚ ਕੀ ਕੀਤਾ, ਇੱਕ ਤਾਂ ਆਪਾਂ ਨੋਰਮਲ ਕੰਡੀਸ਼ਨ ਲੈ ਲਈ ਆਹ ਵਾਲੀ ਜਿੱਥੇ ਲੌਂਗ ਡੇ ਸੀਗੇ ਇਹ, ਠੀਕ ਹੈ। ਲੌਂਗ ਡੇ ਕੰਡੀਸ਼ਨ ਦੇ ਵਿੱਚ ਕੀ ਹੋਏਗਾ ਕਿ ਜਿਹੜੀ ਸਪਾਈਨਚ ਪਲਾਂਟਸ ਨੇਗੇ ਉਸਦੀ ਸਟੈਮ ਔਰ ਪਿਟਿਓਲ ਦੀ ਇਲੋਂਗੇਸ਼ਨ ਜਿਹੜੀ ਆ ਉਹ ਟੇਕ ਪਲੇਸ ਹੋਏਗੀ ਇਨ ਦ ਲੌਂਗ ਡੇ ਕੰਡੀਸ਼ਨ, ਠੀਕ ਹੈ। ਐਂਡ ਜਿਹੜੀ ਕਹਿ ਲਓ ਕਿ ਅਗਰ ਸੋ ਲੌਂਗ ਡੇ ਕੰਡੀਸ਼ਨ ਦੇ ਵਿੱਚ ਐਜ਼ ਇਟ ਇਜ਼ ਲਈ ਗਰੋ ਕਰਾਂਗੇ, ਬਟ ਜਿੱਦਾਂ ਹੀ ਆਪਾਂ ਕਹਿ ਲਓ ਕਿ ਜਿਬਰੈਲਿਕ ਐਸਿਡ ਦੀ ਕੰਸਨਟ੍ਰੇਸ਼ਨ ਆਪਾਂ ਅਪਲਾਈ ਕਰ ਰਹੇ ਹਾਂ, ਸਿੰਪਲ ਆਪਾਂ ਜਿਬਰੈਲਿਕ ਐਸਿਡ ਦੀ ਕੰਸਨਟ੍ਰੇਸ਼ਨ ਜਿਹੜੀ ਆ ਉਹ ਅਗਰ ਆਪਣੇ ਕੋਲ ਹੈਗੇ ਆ ਇੰਟਰਨਲੀ ਪਲਾਂਟ ਦੇ ਵਿੱਚ, ਸੌਰੀ ਇੱਥੇ ਐਰੋ ਲਗਾਤਾ, ਇਸ ਜਗ੍ਹਾ 'ਤੇ ਐਰੋ ਲਗਾਉਣਾ ਸੀ, ਇਸ ਜਗ੍ਹਾ 'ਤੇ, ਕਿ ਜਿਬਰੈਲਿਕ ਐਸਿਡ ਦੀ ਇੰਟਰਨਲ ਕੰਸਨਟ੍ਰੇਸ਼ਨ ਆਪਣੇ ਕੋਲ ਜਦੋਂ ਅਵੇਲੇਬਲ ਹੈ ਇਟ ਲੈਡ ਟੂ ਦੇਅਰ ਨਾਰਮਲ ਇਲੋਂਗੇਸ਼ਨ ਐਜ਼ ਵੈਲ ਐਜ਼ ਦੇ stem or petiole elongation and their further full development of the plant, ਠੀਕ ਹੈ। ਬਟ ਅਗਰ ਇਹੀ ਵਾਲਾ ਲੌਂਗ ਡੇ ਵਾਲਾ ਪਲਾਂਟ ਆਪਾਂ ਸ਼ਾਰਟ ਡੇ ਕੰਡੀਸ਼ਨਸ ਦੇ ਵਿੱਚ ਇਹਨੂੰ ਆਪਾਂ ਰੱਖਾਂਗੇ, ਦੈਟ ਵਿਲ ਲੈਡ ਟੂ ਦੇਅਰ ਰੋਜ਼ਿਟੀ ਟਾਈਪ ਆਫ ਅਪੀਅਰੈਂਸ। ਰੋਜ਼ਿਟੀ ਟਾਈਪ ਆਫ ਅਪੀਅਰੈਂਸ ਇਹਦੀ ਟੇਕ ਪਲੇਸ ਹੋਏਗੀ, ਬਟ ਇਹਨੂੰ ਅਗਰ ਆਪਾਂ ਲੌਂਗ ਡੇ ਕੰਡੀਸ਼ਨ ਦੇ ਵਿੱਚ ਜਿਹੜੀ ਨੈਚੁਰਲ ਕੰਡੀਸ਼ਨ ਹੈ ਉਹਦੇ ਵਿੱਚ ਅਵੇਲੇਬਲ ਕਰਾਵਾਂਗੇ, ਦੈਨ ਇਹਦੀ ਜਿਹੜੀ ਹੈ ਨੋਰਮਲ ਇਲੋਂਗੇਸ਼ਨ ਹੋਏਗੀ। ਤਾਂ ਇਹ ਚੀਜ਼ ਨੂੰ ਡਿਮੋਨਸਟ੍ਰੇਟ ਕਰਨ ਲਈ ਕੀਤਾ ਗਿਆ ਕਿ AMO ਬੇਸਿਕਲੀ ਇਨਹਿਬਿਟਰ ਹੈ ਜਿਬਰੈਲਿਕ ਐਸਿਡ ਦਾ, ਠੀਕ ਹੈ। ਸੋ AMO 1618 ਜਿਹੜਾ ਵਾ ਦੈਟ ਵਿਲ ਪ੍ਰੀਵੈਂਟ ਦ ਸਟੈਮ ਐਂਡ ਪਿਟਿਓਲ ਇਲੋਂਗੇਸ਼ਨ, ਠੀਕ ਹੈ। ਬਟ ਇਹੀ ਜਿਹੜਾ ਇਹਦਾ ਇਫੈਕਟ ਹੈ AMO ਦਾ, ਜਿਵੇਂ ਆ ਇੱਥੇ ਤੁਹਾਨੂੰ ਸ਼ੋ ਹੋ ਰਿਹਾ ਨਾ ਕਿ AMO ਦੇ ਨਾਲ ਜਿੱਦਾਂ ਹੀ ਆਪਾਂ ਇਹਨੂੰ ਅਪਲਾਈ ਕੀਤਾ, ਚਾਹੇ ਲੌਂਗ ਡੇ ਕੰਡੀਸ਼ਨਸ ਆਪਾਂ ਦੇ ਰਹੇ ਹਾਂ ਕਿ ਸਟੈਮ ਇਲੋਂਗੇਟ ਹੋਣੀ ਚਾਹੀਦੀ ਹੈ, ਬਟ ਆਪਾਂ ਜਿੱਦਾਂ ਹੀ ਇਨਹਿਬਿਟਰ ਅਪਲਾਈ ਕੀਤਾ ਦੈਟ ਵਿਲ ਲੈਡ ਟੂ ਦੇਅਰ ਰਿਟਾਰਡੈਂਟ ਗਰੋਥ ਔਰ ਦ ਰੋਜ਼ਿਟ ਟਾਈਪ ਆਫ ਅਪੀਅਰੈਂਸ, ਠੀਕ ਹੈ। ਬਟ ਜਿੱਦਾਂ ਹੀ ਆਪਾਂ ਕਹਿ ਲਈਏ ਕਿ ਆਪਣੇ ਕੋਲ ਇਨਹਿਬਿਟਰ ਵੀ ਹੈ ਪਲੱਸ ਆਪਾਂ ਆਊਟਰ ਸਾਈਡ ਤੋਂ ਜਿਬਰੈਲਿਕ ਐਸਿਡ 3 ਦੇ ਥਰੂ, ਕਿ ਜਿਬਰੈਲਿਕ ਐਸਿਡ 3 ਜਿਹੜੀ ਫਾਰਮ ਹੈ ਉਹਦੀ ਐਪਲੀਕੇਸ਼ਨ ਆਪਾਂ ਦੇ ਰਹੇ ਹਾਂ ਉਸ ਪਰਟੀਕੂਲਰ ਪਲਾਂਟ ਨੂੰ, ਦੈਟ ਵਿਲ ਲੈਡ ਟੂ ਦੇਅਰ ਨਾਰਮਲ ਗਰੋਥ ਔਰ ਦੀ ਫਰਦਰ ਇਲੋਂਗੇਸ਼ਨ ਆਫ ਸਟੈਮ ਐਜ਼ ਵੈਲ ਐਜ਼ ਦੀ ਪਿਟਿਓਲ। ਸੋ ਦੈਟ ਇਜ਼ ਦ ਮੇਨ ਥਿੰਗ ਕਿ ਜਿਹੜੇ ਫੋਟੋਪੀਰੀਓਡਿਜ਼ਮ ਹੈ ਦੈਟ ਆਲਸੋ ਰੈਗੂਲੇਟ ਦ ਜਿਬਰੈਲਿਕ ਐਸਿਡ concentration, ठीक है। So this is it regarding that.
ਨੈਕਸਟ ਹੈ ਕਿ ਆਕਸੀਨ ਆਲਸੋ ਪ੍ਰਮੋਟਸ ਜਿਬਰਲਿਨ ਬਾਇਓਸੈਂਸਸ। ਜਿਬਰਲਿਨ ਦੀ ਬਾਇਓਸੈਂਸਸ ਜਿਹੜੀ ਆ ਆਕਸੀਨ ਹਾਰਮੋਨਸ ਦੇ ਥਰੂ ਕਹਿ ਲਓ ਕਿ ਰੈਗੂਲੇਟ ਹੁੰਦੀ ਹੈ। ਅਗਰ ਆਕਸੀਨ ਹਾਰਮੋਨਸ ਬਿਲਕੁਲ ਹੀ ਨਹੀਂ ਹੈਗੇ ਦੈਨ ਉਸ ਦੇ ਨਾਲ ਕੀ ਹੋਏਗਾ ਕਿ ਜਿਬਰਲਿਨਸ ਦੀ ਜਿਹੜੀ ਐਕਟੀਵਿਟੀ ਆ ਟੋਟਲੀ ਫਾਲ ਆਫ ਕਰ ਜਾਏਗੀ। ਲਾਈਕ ਹੇਅਰ ਵੀ ਆਰ ਹੈਵਿੰਗ ਅ ਕੇਸ ਜਿਸ ਦੇ ਵਿੱਚ ਕੀ ਹੈ ਕਿ ਆਪਣੇ ਕੋਲ ਨੋਰਮਲ ਐਪੀਕਲ ਜਿਹੜਾ ਇਹ ਪੀ ਪਲਾਂਟ ਦੇ ਵਿੱਚ ਹੀ ਲਿੱਤਾ ਗਿਆ ਸੀ, ਜਿਹੜਾ ਐਪੀਕਲ ਪੋਰਸ਼ਨ ਹੈ ਪੀ ਪਲਾਂਟ ਦਾ ਐਜ਼ ਇਟ ਇਜ਼ ਇੰਟੈਕਟ ਹੈ। ਠੀਕ ਹੈ, ਜਦੋਂ ਤੱਕ ਇੰਟੈਕਟ ਰਹਿੰਦਾ ਲਾਈਕ ਹੇਅਰ ਵੀ ਆਰ ਹੈਵਿੰਗ ਏ ਜਿਬਰੈਲਿਕ ਐਸਿਡ ਕੰਸਨਟ੍ਰੇਸ਼ਨ ਐਂਡ ਪਲੱਸ ਆਪਣੇ ਕੋਲ ਇੰਟੈਕਟਮੈਂਟ ਐਜ਼ ਵੈਲ ਐਜ਼ ਦਾ ਡੀ ਅਟੈਚਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਜਿੱਦਾਂ ਹੀ ਇੰਟੈਕਟਮੈਂਟ ਹੈਗੀ ਹੈ, ਠੀਕ ਹੈ ਨਾ, ਆ ਐਪੀਕਲ ਪੋਜੀਸ਼ਨ ਦੇ ਬਿਕੋਜ਼ ਆਪਾਂ ਨੂੰ ਪਤਾ ਕਿ ਐਪੀਕਲ ਪੋਜੀਸ਼ਨ 'ਤੇ ਆਕਸੀਜਨ ਹਾਰਮੋਨ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੁੰਦੀ ਹੈ। ਠੀਕ ਹੈ, ਸੋ ਇੰਟੈਕਟਮੈਂਟ ਜਾਂ ਅਟੈਚਮੈਂਟ ਵੇਲੇ ਕੀ ਹੋਏਗਾ ਕਿ ਨਾਰਮਲ ਆਕਸੀਜਨ ਕੰਸਨਟ੍ਰੇਸ਼ਨ ਅਵੇਲੇਬਲ ਹੈ ਐਜ਼ ਵੈਲ ਐਜ਼ ਜਿਬਰੈਲਿਕ ਐਸਿਡ ਦੀ ਕੰਸਨਟ੍ਰੇਸ਼ਨ ਅਵੇਲੇਬਲ ਹੈ। ਸੋ ਨਾਰਮਲ ਇਲੋਂਗੇਸ਼ਨ ਆਪਾਂ ਨੂੰ ਦੇਖਣ ਨੂੰ ਮਿਲੇਗੀ। ਠੀਕ ਹੈ, ਬਟ ਜਿੱਦਾਂ ਹੀ ਆਪਾਂ ਉਹਨੂੰ ਰਿਮੂਵ ਔਨ ਕਰ ਦਈਏ ਐਪੀਕਲ ਪੋਰਸ਼ਨ ਨੂੰ, ਇੱਥੋਂ ਕੱਟ ਆਫ ਕਰਤਾ, ਕੱਟ ਆਫ ਕਰਨ ਤੋਂ ਬਾਅਦ ਕੀ ਹੈ ਇਟ ਵਿਲ ਲੈਡ ਟੂ ਦ ਰਿਟਾਰਡੈਂਟ ਗਰੋਥ। ਠੀਕ ਹੈ, ਸੋ ਆਕਸੀਜਨ ਕੰਸਨਟ੍ਰੇਸ਼ਨ ਵੀ ਕਹਿ ਲਓ ਕਿ ਡਿਕਰੀਜ਼ ਹੋ ਜਾਏਗੀ ਐਜ਼ ਵੈਲ ਐਜ਼ ਜਿਹੜੀ ਐਂਡੋਜੀਨਸ ਜਿਬਰੈਲਿਕ ਐਸਿਡ 1 ਦੀ ਕੰਸਨਟ੍ਰੇਸ਼ਨ ਆ ਉਹ ਵੀ ਨਾਲ ਦੀ ਨਾਲ ਹੀ ਡਿਕਰੀਜ਼ ਔਨ ਹੋ ਜਾਏਗੀ। ਠੀਕ ਹੈ, ਬਟ ਇਟ ਕੈਨ ਬੀ ਰੀਸਟੋਰਡ, ਇਹਨੂੰ ਆਪਾਂ ਰੀਸਟੋਰੇਸ਼ਨ ਵੀ ਕਰ ਸਕਦੇ ਹਾਂ। ਰੀਸਟੋਰੇਸ਼ਨ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਕਿ ਵਿਦ ਦ ਐਪਲੀਕੇਸ਼ਨ ਆਫ ਆਕਸੀਜਨ ਹਾਰਮੋਨ ਫਰੋਮ ਦੀ ਆਊਟਸਾਈਡ। ਆਕਸੀਜਨ ਹਾਰਮੋਨ ਦੀ ਕੰਸਨਟ੍ਰੇਸ਼ਨ ਅਗਰ ਆਪਾਂ ਡੀਕੈਪੀਟੇਟਿਡ ਦੇ ਉੱਤੇ ਅਪਲਾਈ ਕਰਦੇ ਹਾਂ ਦੈਟ ਵਿਲ ਲੈਡ ਟੂ ਦ elongation of the stem as well as the petiole। ਸੋ ਕਲੀਅਰ ਹੈ। ਸੋ ਇਸ ਦੇ ਵਿੱਚ ਕੀ ਹੈ ਕਿ ਆਕਸੀਜਨ ਹਾਰਮੋਨ ਦੀ ਕੰਸਨਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਉਹ ਕਿਉਂ? ਬਿਕੋਜ਼ ਦਿਸ ਆਕਸੀਜਨ ਹਾਰਮੋਨ will regulate the formation of gibberellic acid 1 by means of initiating the gibberellic acid 20। ਠੀਕ ਹੈ, ਜਿਬਰੈਲਿਕ ਐਸਿਡ 20 ਜਿਹੜਾ ਵਾ ਦੈਟ ਵਿਲ ਲੈਡ ਟੂ ਦ ਫਾਰਮੇਸ਼ਨ ਆਫ ਜਿਬਰੈਲਿਕ ਐਸਿਡ 1 ਐਂਡ ਫਰਦਰ ਲੈਡ ਟੂ ਦ ਗਰੋਥ ਆਫ ਦ ਪਰਟੀਕੂਲਰ ਪਲਾਂਟ। ਠੀਕ ਹੈ, ਬਟ ਅਗਰ ਆਪਾਂ ਗੱਲ ਕਰਦੇ ਹਾਂ ਕਿ ਐਕਸੈਸ ਆਫ ਆਕਸੀਜਨ ਹਾਰਮੋਨ ਜਿਹੜੀ ਕਹਿ ਲਓ ਕਿ ਅਵੇਲੇਬਲ ਹੈਗੇ ਆ ਦੈਟ ਵਿਲ ਇਨਹਿਬਿਟ ਦ ਫਾਰਮੇਸ਼ਨ ਆਫ ਜਿਬਰੈਲਿਕ ਐਸਿਡ 29 ਐਜ਼ ਵੈਲ ਐਜ਼ ਦ ਜਿਬਰੈਲਿਕ ਐਸਿਡ 28 ਫਰੋਮ ਦੈਟ ਆਫ ਦ 20 ਐਜ਼ ਵੈਲ ਐਜ਼ ਦ ਜਿਬਰੈਲਿਕ ਐਸਿਡ 1। ਕਿਉਂਕਿ ਨਾਰਮਲ ਗਰੋਥ ਲਈ ਜਸਟ ਅਗਰ ਨਾਰਮਲ ਕੰਡੀਸ਼ਨ ਦੇ ਵਿੱਚ ਆਪਣੇ ਕੋਲ ਆਕਸੀਜਨ ਹਾਰਮੋਨ ਅਵੇਲੇਬਲ ਹੈ ਸੋ ਇਟ ਵਿਲ ਡਾਇਰੈਕਟਲੀ ਲੈਡ ਟੂ ਦ ਫਾਰਮੇਸ਼ਨ ਆਫ ਜਿਬਰੈਲਿਕ ਐਸਿਡ 1 ਫਰੋਮ ਦੈਟ ਆਫ ਦ 20 ਐਂਡ ਵਿਲ ਫਰਦਰ ਅਲਾਉ ਦ ਇਲੋਂਗੇਸ਼ਨ ਆਫ ਇੰਟਰਨੋਡਲ ਪੋਰਸ਼ਨ ਆਫ ਦ ਸਟੈਮ ਪੋਰਸ਼ਨ। ਠੀਕ ਹੈ, ਨੈਕਸਟ ਇਜ਼ ਸੈੱਲ ਇਲੋਂਗੇਸ਼ਨ। ਹੁਣੇ ਆਪਾਂ ਗੱਲ ਕੀਤੀ ਸੀ ਕਿ ਜਿਬਰਲਿਨਸ ਜਿਹੜੇ ਹੈ ਸੈੱਲ ਇਲੋਂਗੇਸ਼ਨ ਦੇ ਵਿੱਚ ਹੈਲਪ ਕਰਦੇ ਨੇ ਜਸਟ ਲਾਈਕ ਦੈਟ ਆਫ ਦਾ ਆਕਸੀਜਨ ਹਾਰਮੋਨ। ਸੈੱਲ ਦੀ ਇਲੋਂਗੇਸ਼ਨ ਦੇ ਵਿੱਚ ਹੈਲਪ ਕਰਦੇ ਆ ਐਜ਼ ਵੈਲ ਐਜ਼ ਦੇ ਆਲਸੋ ਲੈਡ ਟੂ ਦ ਸੈੱਲ ਡਿਵੀਜ਼ਨ ਆਲਸੋ। ਸੈੱਲ ਡਿਵੀਜ਼ਨ ਦੇ ਵਿੱਚ ਵੀ ਆਪਣਾ ਮੇਜਰ ਰੋਲ ਪਲੇ ਕਰਦੇ ਆ ਐਜ਼ ਵੈਲ ਐਜ਼ ਸੈੱਲ ਇਲੋਂਗੇਸ਼ਨ ਦੇ ਵਿੱਚ। ਹਾਂ, ਬਟ ਫਰਕ ਕੀ ਹੈ ਇੱਥੇ ਸੈੱਲ ਇਲੋਂਗੇਸ਼ਨ ਦੇ ਕੇਸ ਦੇ ਵਿੱਚ? ਜਿੱਦਾਂ ਆਪਾਂ ਸੈੱਲ ਇਲੋਂਗੇਸ਼ਨ ਦਾ ਕੇਸ ਪੜ੍ਹਿਆ ਸੀ ਇਨ ਕੇਸ ਆਫ ਆਕਸੀਜਨ, ਉਸ ਦੇ ਵਿੱਚ ਕੀ ਸੀ ਆਪਾਂ ਐਸਿਡਿਫਿਕੇਸ਼ਨ ਦੀ ਗੱਲ ਕੀਤੀ ਸੀ। ਬਟ ਹੇਅਰ ਇਨ ਕੇਸ ਆਫ ਜਿਬਰਲਿਨ ਦੇਰ ਇਜ਼ ਨੋ ਐਸਿਡਿਫਿਕੇਸ਼ਨ ਵਿਲ ਬੀ ਟੇਕ ਪਲੇਸ। ਉੱਥੇ ਕੋਈ ਐਸਿਡਿਫਿਕੇਸ਼ਨ ਨਹੀਂ ਹੋਏਗੀ। ਉੱਥੇ ਕੀ ਹੈ ਇਨ ਕੇਸ ਆਫ ਜਿਬਰਲਿਨ ਸੈੱਲਸ ਜਿਹੜੇ ਨੇ ਕੰਟੀਨਿਊਸਲੀ ਡਿਵਾਈਡ ਆਨ ਹੋਣਗੇ ਬਾਈ ਮੀਨਸ ਆਫ ਮਾਈਟੋਟਿਕ ਡਿਵੀਜ਼ਨ ਐਂਡ ਇਨ ਕੇਸ ਆਫ ਇੰਟਰਕੈਲਰੀ ਜਿਹੜਾ ਮੈਰਿਸਟਮ ਹੈ ਉਸ ਦੇ ਵਿੱਚ ਡਿਵੀਜ਼ਨ ਹੋਣਗੇ ਦੈਟ ਵਿਲ ਅਲਾਉ ਦੀ ਸੈੱਲ ਟੂ ਬੀ ਇਲੋਂਗੇਟਿਡ। ਠੀਕ ਹੈ, ਲਾਈਕ ਹੇਅਰ ਜਿਵੇਂ ਆਪਣੇ ਕੋਲ ਐਗਜ਼ਾਮਪਲ ਹੈ ਜਿਵੇਂ ਰਾਈਸ ਪਲਾਂਟ ਹੈ। ਠੀਕ ਹੈ ਨਾ, ਰਾਈਸ ਦਾ ਕੀ ਹੈ ਉਹਨੂੰ ਆਪਾਂ ਜਿਹੜਾ ਜਦੋਂ ਆਪਾਂ ਉਹਨੂੰ ਉਗਾਉਂਦੇ ਹਾਂ ਠੀਕ ਹੈ ਨਾ ਉਹਦਾ ਜ਼ਿਆਦਾ ਪੋਰਸ਼ਨ ਜਿਹੜਾ ਵਾ ਸਬਮਰਜਡ ਹੁੰਦਾ ਵਾ, ਪਾਣੀ ਦੇ ਵਿੱਚ ਸਬਮਰਜਡ ਹੁੰਦਾ। ਠੀਕ ਹੈ, ਜਸਟ ਅਪਰ ਪੋਰਸ਼ਨ ਜਿਹੜਾ ਵਾ ਬਾਹਰ ਵਾਲੀ ਸਾਈਡ ਦੇ ਉੱਤੇ ਹੁੰਦਾ। ਠੀਕ ਹੈ, ਜਾਂ ਸਰਫੇਸ ਵਾਟਰ ਦੇ ਸਰਫੇਸ ਲੈਵਲ ਤੋਂ ਅਬਵ ਹੁੰਦਾ ਵਾ। ਠੀਕ ਹੈ, ਹੁਣ ਕੀ ਆ ਉਹ ਕੰਡੀਸ਼ਨ ਉਹਦੇ ਲਈ ਫੇਵਰੇਬਲ ਹੈ ਤਾਂ ਕਿਉਂਕਿ ਉਸ ਦੇ ਵਿੱਚ ਕੀ ਹੈ ਇੰਟਰਕੈਲਰੀ ਜਿਹੜਾ ਮੈਰਿਸਟਮ ਹੈ ਉਸਦੀ ਗਰੋਥ ਹੋ ਸਕੇ। ਸੋ ਦੈਟ ਇੰਟਰਕੈਲਰੀ ਮੈਰਿਸਟਮ ਇਜ਼ ਹੈਜ਼ ਟੂ ਬੀ ਗਰੋਨ ਡਿਊ ਟੂ ਦ ਪ੍ਰੈਜ਼ੈਂਸ ਆਫ ਜਿਬਰੈਲਿਕ ਐਸਿਡ। ਠੀਕ ਹੈ, ਸੋ ਜਿਬਰੈਲਿਕ ਐਸਿਡ ਦੀ ਅਗਰ ਕੰਸਨਟ੍ਰੇਸ਼ਨ ਨਹੀਂ ਹੈਗੀ, ਨੋਰਮਲ ਹੈ, ਕੰਟਰੋਲ ਪਲਾਂਟ ਹੈ। ਠੀਕ ਹੈ ਨਾ, ਸੋ ਉਸ ਦੇ ਵਿੱਚ ਕੰਟਰੋਲ ਇੰਟਰਨੋਡ ਸੈਕਸ਼ਨ ਦੇ ਵਿੱਚ ਅਗਰ ਜਿਬਰੈਲਿਕ ਐਸਿਡ 3 ਦੀ ਕੰਸਨਟ੍ਰੇਸ਼ਨ ਨਹੀਂ ਹੈਗੀ ਸੋ ਉਸਦੀ ਜਿਹੜੀ ਗਰੋਥ ਹੈ ਉਹ ਫਾਲ ਆਫ ਹੋ ਜਾਏਗੀ, ਰਿਟਾਰਡੈਂਟ ਗਰੋਥ ਹੋਏਗੀ ਉਹ ਪਰਟੀਕੂਲਰ ਪਲਾਂਟ ਦੀ। ਬਟ ਜਿੱਦਾਂ ਹੀ ਆਪਾਂ ਜਿਬਰੈਲਿਕ ਐਸਿਡ 3 ਜਿਹੜਾ ਐਡ ਔਨ ਕਰਦੇ ਹਾਂ ਟੂਵਰਡਸ ਇੰਟਰਨੋਡ ਸੈਕਸ਼ਨ ਦੈਟ ਵਿਲ ਲੈਡ ਟੂ ਅ elongation of that particular plant।
ठीक है। सो मीन्स इंटरनल जिहड़ा वा जिब्रेलिक एसिड दी कंसनट्रेशन बेसिकली द जिब्रेलिक एसिड 3 जिहड़ा वा इंटरनली प्लांट्स विच प्रोड्यूस होना शुरू हो जाता है एंड दैट विल लेड टू देयर elongation by means of intercalary मेरिस्टेम, ठीक है। सो सैल elongation जिब्रेलिक एसिड इंड्यूसिस द सैलूलर डिवीजन हुणी जी आप गल की है एज वैल एज द सैलूलर elongation। सो जी जिब्रेलिक एसिड स्टिमुलेटेड elongation डजंट इनवॉल्व द सैल वॉल एसिडिफिकेशन। सो सैल वॉल एसिडिफिकेशन नहीं होंगी जो कि एक मेन करैक्टरिस्टिक है ऑफ द ऑक्सीजन इंड्यूस्ड elongation ਦਾ, ठीक है। एंड प्लस इस दे नाल ਇਹਦਾ होर भी एक फंक्शन है दिस मेन सैल elongation ਦਾ ਹੀ कि ब्रेकिंग जी डोमेंसी है in birds and seed that is also be carried out by the cell elongation process, ठीक है, especially in case of cereal grasses as well as like the barley and plus ਜਿਹੜੇ ਫਲਾਵਰਿੰਗ ਹੈ ਉਸ ਦੀ ਪ੍ਰਮੋਸ਼ਨ ਦੇ ਵਿੱਚ ਵੀ ਕਹਿ ਲਓ ਕਿ ਜਿਹੜਾ ਜਿਬਰੈਲਿਕ ਐਸਿਡ ਨੇਗੇ ਆਪਣਾ ਮੇਜਰਲੀ ਰੋਲ ਪਲੇ ਕਰਦੇ ਨੇਗੇ, ਠੀਕ।